ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਉੱਤੇ ਜੀ। ਆਪਾਂ ਪੰਜਾਬ ਜੀਕੇ ਦੇ 7 ਲੈਕਚਰ ਕਰ ਚੁੱਕੇ। ਅੱਜ ਆਪਣਾ 8ਵਾਂ ਲੈਕਚਰ ਹੈ ਜੀ। ਲਾਸਟ ਜੋ ਆਪਾਂ ਲੈਕਚਰ ਕੀਤਾ ਜੀ, ਆਪਾਂ ਕੀਤਾ ਸੀਗਾ ਮਹਾਰਾਜਾ ਰਣਜੀਤ ਸਿੰਘ ਜੀ ਬਾਰੇ, ਤੇ ਅੱਜ ਮੈਂ ਤੁਹਾਨੂੰ ਕਰਵਾਉਣੇ ਉਹਨਾਂ ਦੇ ਵਾਰਿਸ ਜੀ। ਠੀਕ ਹੈ, ਵਾਰਿਸ ਜਾਣੀ ਕਿ ਉਹਨਾਂ ਤੋਂ ਬਾਅਦ ਜੀ ਗੱਦੀ ਉੱਤੇ ਕੌਣ ਕੌਣ ਬੈਠੇ ਨੇ ਜੀ। ਠੀਕ ਹੈ, ਤਾਂ ਆਪਾਂ ਕਰਦੇ ਹਾਂ। ਮਹਾਰਾਜਾ ਰਣਜੀਤ ਸਿੰਘ ਦੇ ਵਾਰਿਸ। ਤੁਹਾਨੂੰ ਜੀ ਕੱਲ ਪੜ੍ਹਾ ਕੇ ਗਿਆ ਸੀਗਾ ਕਿ ਉੱਤਰਾਧਿਕਾਰੀ ਬਣੇ ਸੀਗੇ ਜੀ ਵਾਰਿਸ। ਉੱਤਰਾਧਿਕਾਰੀ ਬਣੇ ਸੀਗੇ ਜੀ ਖੜਕ ਸਿੰਘ। ਖੜਕ ਸਿੰਘ ਪਹਿਲੇ ਸੀਗੇ ਖੜਕ ਸਿੰਘ। ਖੜਕ ਸਿੰਘ ਜੀ ਮਹਾਰਾਜਾ ਰਣਜੀਤ ਸਿੰਘ ਜੀ ਦਾ ਵੱਡਾ ਬੇਟਾ ਸੀਗਾ, ਜਿਹਦਾ ਕਿ ਹੱਕ ਸੀਗਾ ਗੱਦੀ ਤੇ ਬੈਠਣ ਦਾ। ਹੀ ਬੈਠਾ ਜੀ। ਜੋ ਖੜਕ ਸਿੰਘ ਸੀਗਾ ਜੀ ਖੁਦ ਇਹ ਗੱਦੀ ਦੇ ਲਾਇਕ ਹੈ ਨਹੀਂ ਸੀਗਾ, ਜਾਣੀ ਕਿ ਇਹਨਾਂ ਕਾਬਿਲ ਹੈ ਨਹੀਂ ਸੀਗਾ ਜੀ ਕਿ ਸਾਰੇ ਰਾਜ ਪਾਠ ਨੂੰ ਸੰਭਾਲ ਸਕਦੇ। ਜੋ ਸ਼ੇਰ ਸਿੰਘ ਸੀਗਾ ਜੀ ਇਹਨਾਂ ਦਾ ਛੋਟਾ ਭਰਾ, ਉਹਨੇ ਵੀ ਇਹਦਾ ਵਿਰੋਧ ਕੀਤਾ ਜੀ, ਪਰ ਸ਼ੇਰ ਸਿੰਘ ਕਾਮਯਾਬ ਨਾ ਹੋ ਸਕਿਆ ਜੀ। ਉਸ ਤੋਂ ਬਾਅਦ ਜੀ ਕੀ ਕੀਤਾ, ਇਹਦੇ ਨਾਕਾਬਿਲਿਅਤ ਦੀ ਸਾਰਿਆਂ ਨਾਲੋਂ ਵੱਡੀ ਨਿਸ਼ਾਨੀ ਕੀ ਸੀਗੀ, ਇਹਨੇ ਆਪਦੀ ਘਰ ਵਾਲੀ ਸੀਗੀ ਜੀ ਚੰਦ ਕੌਰ, ਉਹਦੇ ਕਿਸੇ ਰਿਸ਼ਤੇਦਾਰ ਸੀਗਾ ਜੀ ਚੇਤ ਸਿੰਘ ਬਾਜਵਾ, ਉਸ ਨੂੰ ਗੱਦੀ ਤੇ ਉਠਾਦਾ ਜੀ। ਕਹਿੰਦਾ ਲੈ ਤੂੰ ਸਾਂਭਲਾ ਗੱਦੀ, ਕੋਈ ਗੱਲ ਨਹੀਂ ਤੂੰ ਬਣ ਜਾ। ਤਾਂ ਇਸ ਨੇ ਚੇਤ ਸਿੰਘ ਬਾਜਵਾ ਨੂੰ ਗੱਦੀ ਉੱਤੇ ਬਿਠਾਤਾ ਸੀਗਾ ਜੀ। ਜਦੋਂ ਚੇਤ ਸਿੰਘ ਬਾਜਵਾ ਗੱਦੀ ਉੱਤੇ ਬੈਠ ਗਿਆ, ਜੋ ਇਹਨਾਂ ਦਾ ਬੇਟਾ ਸੀਗਾ ਜੀ ਨੌਨਿਹਾਲ ਸਿੰਘ ਜੀ, ਤੇ ਜੋ ਮੈਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਜੀ ਮੁੱਖ ਮੰਤਰੀ ਲਈ ਲਿਖਾਇਆ ਸੀਗਾ ਜੀ ਧਿਆਨ ਸਿੰਘ ਜੀ, ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦਾ, ਤਾਂ ਉਹਨਾਂ ਨੇ ਮਿਲ ਕੇ ਜੀ ਜੋ ਚੇਤ ਸਿੰਘ ਬਾਜਵਾ ਦਾ ਕਤਲ ਕਰਤਾ ਤੇ ਖੜਕ ਸਿੰਘ ਨੂੰ ਰਾਜਨੀਤੀ ਤੋਂ ਸੰਨਿਆਸ ਦਵਾਤਾ। ਕਹਿੰਦੇ ਤੂੰ ਘਰੇ ਬਹਿ ਜਾ, ਤੂੰ ਨਹੀਂ ਹੈਗਾ ਕੰਮ। ਤਾਂ ਖੜਕ ਸਿੰਘ ਤੋਂ ਬਾਅਦ ਜੀ ਜੋ ਗੱਦੀ ਤੇ ਬੈਠਾ, ਗੱਦੀ ਤੇ ਕੌਣ ਬਹਿ ਗਿਆ ਜੀ, ਨੌ ਨਿਹਾਲ ਸਿੰਘ ਜੀ। ਇਹ ਬਣਿਆ ਸੀਗਾ 1839 ਦੇ ਵਿੱਚ ਜੀ। ਠੀਕ ਹੈ ਜੀ, ਤੇ ਇਹ ਸੀਗਾ 1840 ਦੇ ਵਿੱਚ ਗੱਦੀ ਤੇ ਬੈਠ ਗਿਆ ਸੀਗਾ। ਠੀਕ ਹੈ, ਤਾਂ ਕੀ ਹੋਇਆ ਜੀ, ਨੌਨਿਹਾਲ ਸਿੰਘ ਜੀ ਗੱਦੀ ਉੱਤੇ ਬਹਿ ਗਿਆ ਜੀ। ਤਾਂ ਨੌਨਿਹਾਲ ਸਿੰਘ ਦੀ ਗੱਦੀ ਉੱਤੇ ਬੈਠਣ ਤੋਂ ਬਾਅਦ ਜੀ ਇਹ ਵਧੀਆ ਕਾਬਿਲ ਰਾਜਾ ਸੀਗਾ ਜੀ, ਕੰਮ ਵਧੀਆ ਚੱਲੀ ਜਾਂਦਾ ਸੀਗਾ ਜੀ। ਇਹਨਾਂ ਦੀ ਸਿਰਫ 19 ਸਾਲ ਦੀ ਹੀ ਉਮਰ ਸੀਗੀ ਜੀ, ਜ਼ਿਆਦਾ ਨਹੀਂ ਸੀਗੀ ਜੀ। ਇਹਨਾਂ ਦਾ ਵਿਆਹ ਕਰ ਦਿੱਤਾ ਗਿਆ ਜੀ। ਉਸ ਤੋਂ ਬਾਅਦ ਹੀ ਜੀ ਕਿਤੇ ਖੜਕ ਸਿੰਘ ਦੀ ਮ੍ਰਿਤੂ ਹੋ ਗਈ ਤਾਂ ਇਹਨਾਂ ਦੇ ਜੀ ਜੋ ਅਰਥ ਤਾਰ ਕੇ ਵਾਪਸ ਆਉਂਦੇ ਸੀਗੇ ਕਹਿੰਦੇ, ਤਾਂ ਜਿੱਥੇ ਇਹਨਾਂ ਦਾ ਕਿ ਐਕਸੀਡੈਂਟ ਹੋਇਆ ਜੀ। ਠੀਕ ਹੈ ਜੀ, ਉੱਥੇ ਕੋਈ ਚਿਗਾਟ ਸੀਗੀ ਜੀ, ਕਹਿੰਦੇ ਵੱਡਾ ਸੀਗਾ ਕਾਫੀ ਦੀਵਾਰ, ਉਹਦੀ ਚਿਗਾਟ ਇਹਨਾਂ ਉੱਤੇ ਡਿੱਗ ਗਈ ਸੀਗੀ, ਜਿੰਨਾ ਕਾਰਨ ਇਹਨਾਂ ਦੀ ਡੈਥ ਹੋ ਗਈ ਸੀਗੀ। ਜਦੋਂ ਨੌਨਿਹਾਲ ਸਿੰਘ ਦੀ ਡੈਥ ਹੋ ਗਈ ਤਾਂ ਸ਼ੇਰ ਸਿੰਘ ਖੁਸ਼ ਹੋ ਗਿਆ ਵੀ ਲੋ ਵੀ ਹੁਣ ਗੱਦੀ ਮੈਨੂੰ ਮਿਲ ਜਾਣੀ ਹੈਗੀ ਜੀ। ਠੀਕ ਹੈ, ਪਰ ਜੀ ਕੀ ਹੋਇਆ, ਏਦਾਂ ਨਹੀਂ ਹੋਇਆ। ਗੱਦੀ ਤੇ ਬਹਿ ਗਈ ਆ ਕੇ ਜੀ ਚੰਦ ਕੌਰ, ਜੋ ਕਿ ਇਹਨਾਂ ਦੀ ਮਾਤਾ ਸੀਗੀ ਜੀ। ਠੀਕ ਹੈ, ਇਹ ਵੀ 1840 ਦੀ ਹੀ ਗੱਲ ਹੈ, ਇਹ ਵੀ ਨਵੰਬਰ ਦੇ ਵਿੱਚ ਹੈ ਜੀ। ਠੀਕ ਹੈ, ਇਹਨਾਂ ਦੀ ਡੈਥ ਹੋਣ ਤੋਂ ਬਾਅਦ ਜੀ ਨੌਨਿਹਾਲ ਸਿੰਘ ਬਹਿ ਗਿਆ, ਨੌਨਿਹਾਲ ਸਿੰਘ ਤੋਂ ਬਾਅਦ ਉਹਨਾਂ ਦੀ ਮਾਤਾ ਚੰਦ ਕੌਰ ਬਹਿ ਗਈ ਜੀ। ਹੁਣ ਜੀ ਚੰਦ ਕੌਰ ਦਾ ਜੀ ਵਿਰੋਧ ਕੀਤਾ ਸ਼ੇਰ ਸਿੰਘ ਨੇ। ਠੀਕ ਹੈ ਜੀ, ਤੇ ਪਰ ਉਹ ਕਾਮਯਾਬ ਨਾ ਰਿਹਾ ਜੀ, ਕਿਉਂਕਿ ਜੋ ਧਿਆਨ ਸਿੰਘ ਸੀਗਾ ਜੀ ਮੁੱਖ ਮੰਤਰੀ, ਉਹ ਚੰਦ ਕੌਰ ਦੇ ਨਾਲ ਖੜਾ ਰਿਹਾ ਜੀ। ਤੇ ਇਹਨਾਂ ਨੇ ਜੀ ਇੱਕ ਇਕਰਾਰਨਾਮਾ ਕਰ ਲਿਆ ਚੰਦ ਕੌਰ ਤੇ ਧਿਆਨ ਸਿੰਘ ਨੇ। ਇਹ ਕਹਿੰਦੇ, ਜੋ ਧਿਆਨ ਸਿੰਘ ਸੀਗਾ ਜੀ, ਇਹ ਕਹਿੰਦਾ ਵੀ ਮੈਂ ਤਾਂ ਮੰਤਰੀ ਬਣੂਗਾ, ਮੁੱਖ ਮੰਤਰੀ ਬਣੂਗਾ, ਤੇ ਤੁਹਾਨੂੰ ਇਹਨੂੰ ਵੀ ਉਰੇ ਬਿਠਾਉਣਾ ਪਊਗਾ ਸ਼ੇਰ ਸਿੰਘ ਨੂੰ ਵੀ, ਨਹੀਂ ਵੀ ਇਹ ਤਾਂ ਵਿਰੋਧ ਕਰਦੇ ਰਹੂਗਾ ਆਪਣਾ। ਤੇ ਇਕਰਾਰਨਾਮਾ ਕੀਤਾ ਜੀ, ਤਾਂ ਦੋਵੇਂ ਜਣੇ ਉੱਥੇ ਮੰਤਰੀ ਦੇ ਰੂਪ ਵਿੱਚ ਬਹਿ ਗਏ ਜੀ। ਠੀਕ ਹੈ, ਜੋ ਚੰਦ ਕੌਰ ਸੀਗਾ ਜੀ ਇਹਦਾ ਕੀ ਕਹਿਣਾ ਸੀਗਾ, ਇਹ ਕਹਿੰਦੀ ਵੀ ਜੋ ਮੇਰੀ ਨੂੰਹ ਰਾਣੀ ਹੈਗੇ ਜੀ, ਜਾਣੀ ਕਿ ਨੌਨਿਹਾਲ ਦੀ ਘਰ ਵਾਲੀ ਸੀ ਜੀ, ਉਹਦੇ ਗਰਭ ਦੇ ਵਿੱਚ ਜੋ ਬੱਚਾ ਜੀ, ਮੈਂ ਉਸ ਲਈ ਇਸ ਗੱਦੀ ਉੱਤੇ ਬੈਠੀ ਰਹੂੰਗੀ ਜਦੋਂ ਤੱਕ ਕਿ ਉਹ ਵੱਡਾ ਨਹੀਂ ਹੋ ਜਾਂਦਾ ਜੀ। ਬਟ ਜੋ ਆਪਣਾ ਧਿਆਨ ਸਿੰਘ ਸੀਗਾ ਜੀ, ਧਿਆਨ ਸਿੰਘ ਦੇ ਵੀ ਮਨ ਦੇ ਵਿੱਚ ਥੋੜਾ ਪਾਪ ਆਇਆ। ਉਹ ਇਹਨੂੰ ਕਹਿੰਦਾ ਸੀਗਾ ਵੀ ਤੂੰ ਮੇਰੇ ਪੁੱਤ ਨੂੰ, ਹੀਰਾ ਸਿੰਘ ਨੂੰ ਗੋਦ ਲੈ ਲਾ ਤੇ ਤੂੰ ਉਸ ਨੂੰ ਗੱਦੀ ਉੱਤੇ ਬਿਠਾ ਦੇ। ਠੀਕ ਹੈ, ਚੰਦ ਕੌਰ ਨਹੀਂ ਮੰਨੀ ਜੀ। ਤਾਂ ਧਿਆਨ ਸਿੰਘ ਨੇ ਵੀ ਫਿਰ ਕੀ ਕੀਤਾ ਜੀ, ਧਿਆਨ ਸਿੰਘ ਨੇ ਖੁੱਲ ਕੇ ਸ਼ੇਰ ਸਿੰਘ ਦਾ ਸਾਥ ਦਿੱਤਾ। ਸ਼ੇਰ ਸਿੰਘ ਨੂੰ ਕਹਿੰਦਾ ਆ ਜਾ ਯਾਰ, ਇਹਨੂੰ ਆਦਾ ਲਾਈਏ ਗੱਦੀ ਤੋਂ ਤੇ ਤੈਨੂੰ ਬਿਠਾਉਣੇ ਆਪਾਂ ਗੱਦੀ ਉੱਤੇ ਕੋਈ। ਤਾਂ ਇਹਨੇ ਕੀ ਕੀਤਾ ਜੀ, ਚੰਦ ਕੌਰ ਨੂੰ ਗੱਦੀ ਤੋਂ ਉਤਾਰਤਾ ਜੀ। ਠੀਕ ਹੈ,
ਉਤਾਰ ਕੇ ਉਸ ਤੋਂ ਬਾਅਦ ਬਣਾ ਦਿੱਤਾ ਜੀ ਸ਼ੇਰ ਸਿੰਘ ਨੂੰ। ਇਹਨੂੰ ਬਣਾਤਾ ਸੀ 1841 ਦੇ ਵਿੱਚ, ਗੱਦੀ ਉੱਤੇ ਬਿਠਾਤਾ ਜੀ। ਗੱਦੀ ਉੱਤੇ ਜਿੱਦਾਂ ਹੀ ਸ਼ੇਰ ਸਿੰਘ ਬੈਠਾ ਜੀ ਤਾਂ ਅੰਗਰੇਜ਼ ਆ ਗਏ ਜੀ। ਅੰਗਰੇਜ਼ਾਂ ਨੇ ਇੱਕ ਸੰਧੀ ਕੀਤੀ ਸ਼ੇਰ ਸਿੰਘ ਜੀ ਨਾਲ। ਸ਼ੇਰ ਸਿੰਘ ਜੀ ਨੂੰ ਕਹਿੰਦੇ, ਜੋ ਦੋ ਬੰਦੇ ਸੀਗੇ ਜੀ, ਇੱਕ ਦਾ ਨਾਂ ਸੀਗਾ ਅਤਰ ਸਿੰਘ ਜੀ, ਇੱਕ ਦਾ ਨਾਂ ਸੀਗਾ ਜੀ ਅਜੀਤ ਸਿੰਘ। ਦੋ ਬੰਦੇ ਸੀਗੇ ਜੀ, ਕਹਿੰਦੇ ਵੀ ਤੂੰ ਉਹਨਾਂ ਨੂੰ ਵੀ ਆਪਦੇ ਮੰਤਰੀ ਦੇ ਆਪਦੇ ਮਤਲਬ ਕਿ ਜੋ ਰਾਜਪਾਠ ਹੈ ਜੀ ਉਹਦੇ ਵਿੱਚ ਸ਼ਾਮਿਲ ਕਰ, ਠੀਕ ਹੈ ਜੀ, ਕਿਉਂਕਿ ਉਹਨਾਂ ਦੀ ਐਂਟਰੀ ਬੰਦ ਸੀ ਜੀ ਕਹਿੰਦੇ ਇਹਨਾਂ ਦੇ ਰਾਜ ਦੇ ਵਿੱਚ। ਪਰ ਇਹਨਾਂ ਨੇ ਜੀ ਅੰਗਰੇਜ਼ਾਂ ਦੀ ਗੱਲ ਮੰਨ ਕੇ ਉਹਨਾਂ ਨੂੰ ਅੰਦਰ ਆਉਣ ਦਿੱਤਾ ਜੀ। ਇੱਕ ਤਾਂ ਸੀਗਾ ਜੀ ਅਤਰ ਸਿੰਘ, ਇੱਕ ਦਾ ਨਾਂ ਸੀਗਾ ਅਜੀਤ ਸਿੰਘ। ਜੋ ਧਿਆਨ ਸਿੰਘ ਸੀਗਾ ਜੀ ਉਸ ਦੀ ਉਹਨਾਂ ਦੋਵਾਂ ਨਾਲ ਬਿਲਕੁਲ ਵੀ ਨਹੀਂ ਬਣਦੀ ਸੀਗੀ, ਠੀਕ ਹੈ ਜੀ। ਤੇ ਸ਼ੇਰ ਸਿੰਘ ਨੂੰ ਵੀ ਨਹੀਂ ਪਤਾ ਸੀਗਾ ਵੀ ਉਹ ਦੋਵੇਂ ਬੰਦੇ ਬੇਕਾਰ ਹੈਗੇ, ਤੂੰ ਉਹਨਾਂ ਨੂੰ ਕਿਉਂ ਰੱਖੀ ਜਾਂਦਾ ਅੰਗਰੇਜ਼ਾਂ ਦੀ ਕਹਿਣ ਦਿੱਤੀ, ਠੀਕ ਹੈ। ਤਾਂ ਇੱਕ ਰਾਤ ਕੀ ਹੋਇਆ ਜੀ, ਅਜੀਤ ਸਿੰਘ ਨੇ ਜੀ ਸਕੀਮ ਲਾਈ, ਕਹਿੰਦੇ ਜੀ ਆਪਾਂ ਸ਼ੇਰ ਸਿੰਘ ਨੂੰ ਮਾਰਨਾ ਜੀ। ਤਾਂ ਜੀ ਉਹਨਾਂ ਨੇ ਇੱਕ ਜੀ ਬੰਦੇ ਨਾਲ ਗੱਲ ਕਰ ਲਈ, ਕੋਈ ਵੀ ਨਾ ਸੈਨਾ ਦੇ ਵਿੱਚ ਸੀਗਾ ਜੀ, ਤੇ ਉਹਨੂੰ ਕਹਿੰਦੇ ਵੀ ਜਦੋਂ ਸ਼ੇਰ ਸਿੰਘ ਉੱਥੇ ਆਏਗਾ ਤੁਹਾਡਾ ਮੁਆਇਨਾ ਕਰੇਗਾ ਤਾਂ ਤੁਹਾਡੇ ਚੋਂ ਇੱਕ ਜਣੇ ਨੇ ਗੋਲੀ ਚਲਾ ਦੇਣੀ ਹੈ ਜਿਹਦੇ ਨਾਲ ਕਿ ਸ਼ੇਰ ਸਿੰਘ ਦੀ ਮ੍ਰਿਤੂ ਹੋ ਜਾਵੇ। ਤਾਂ ਡਿੱਟੋ ਉਦਾਂ ਹੀ ਹੋਇਆ ਜੀ ਜਿੱਦਾਂ ਉਹਨਾਂ ਨੇ ਸੋਚਿਆ। ਸ਼ੇਰ ਸਿੰਘ ਗਏ ਜੀ, ਮੁਆਇਨਾ ਕਰਨ ਗਏ ਸੀਗੇ ਇਹ ਉੱਥੇ ਸਿਪਾਹੀਆਂ ਦਾ, ਤਾਂ ਉੱਥੇ ਇੱਕ ਨੇ ਗੋਲੀ ਚਲਾ ਦਿੱਤੀ ਜਿਹਦੇ ਕਾਰਨ ਕਿ ਸ਼ੇਰ ਸਿੰਘ ਦੀ ਡੈਥ ਹੋ ਗਈ ਨਾਲ ਦੀ ਨਾਲ ਜੀ। ਉਸ ਤੋਂ ਬਾਅਦ ਜੀ ਇਹਨਾਂ ਨੇ, ਜੋ ਇਹਨਾਂ ਦਾ ਪੁੱਤਰ ਸੀਗਾ ਜੀ ਪ੍ਰਤਾਪ ਸਿੰਘ, ਜਿਹਨੇ ਕਿ ਅੱਗੇ ਗੱਦੀ ਤੇ ਬੈਠਣਾ ਸੀਗਾ ਜੀ, ਉਹਦਾ ਵੀ ਗਲਾ ਵੱਟਤਾ ਸੀਗਾ ਜੀ, ਉਹਨੂੰ ਵੀ ਮਾਰਤਾ ਸੀਗਾ ਜੀ, ਠੀਕ ਹੈ ਜੀ। ਜਿਹਦੇ ਨਾਲ ਕਿ ਉੱਥੇ ਲੜਾਈ ਵੱਧ ਗਈ। ਲੜਾਈ ਵਧਣ ਦੇ ਨਾਲ ਜੀ ਜੋ ਅਜੀਤ ਸਿੰਘ ਸੀਗਾ ਉਹਨੂੰ ਪਤਾ ਸੀਗਾ ਵੀ ਜੋ ਧਿਆਨ ਸਿੰਘ ਹੈ ਜੀ ਉਹ ਸਾਡੇ ਖਿਲਾਫ ਹੋਏਗਾ ਤਾਂ ਆਪਾਂ ਉਹਨੂੰ ਵੀ ਚੱਕ ਦਈਏ। ਤਾਂ ਉਹਨਾਂ ਨੇ ਮਿਲ ਕੇ ਜੀ ਧਿਆਨ ਸਿੰਘ ਵੀ ਮਾਰਤਾ ਸੀਗਾ ਜੀ। ਸ਼ੇਰ ਸਿੰਘ ਮਾਰਿਆ ਗਿਆ ਜੀ, ਇਹਨਾਂ ਦਾ ਬੇਟਾ ਪ੍ਰਤਾਪ ਸਿੰਘ ਮਾਰਿਆ ਗਿਆ, ਤੇ ਜੋ ਧਿਆਨ ਸਿੰਘ ਸੀਗਾ ਉਹ ਵੀ ਮਾਰਿਆ ਗਿਆ। ਹੁਣ ਆਇਆ ਜੀ ਧਿਆਨ ਸਿੰਘ ਦਾ ਪੁੱਤਰ ਹੀਰਾ ਸਿੰਘ। ਹੀਰਾ ਸਿੰਘ ਨੇ ਜੀ ਕੀ ਕੀਤਾ, ਹੀਰਾ ਸਿੰਘ ਨੇ ਨਾਲ ਤਾਂ ਅਜੀਤ ਸਿੰਘ ਨੂੰ ਚੱਕਿਆ ਜੀ, ਨਾਲੇ ਚੱਕਿਆ ਜੋ ਅਤਰ ਸਿੰਘ ਸੀਗਾ ਜੀ। ਦੋਵਾਂ ਨੂੰ ਮਾਰ ਕੇ ਜੋ ਸਭ ਤੋਂ ਛੋਟੇ ਇਹਨਾਂ ਦੇ ਸੁਪੁੱਤਰ ਸੀਗੇ ਜੀ ਦਲੀਪ ਸਿੰਘ, ਇਹਨਾਂ ਨੂੰ ਗੱਦੀ ਤੇ ਬਿਠਾ ਦਿੱਤਾ ਜੀ 1843 ਦੇ ਵਿੱਚ ਜੀ। ਉਸ ਤੋਂ ਬਾਅਦ ਆਹੀ ਅੰਤਿਮ ਰਾਜਾ ਰਹੇ ਜੀ। ਠੀਕ ਹੈ ਜੀ, ਇਹੀ ਅੰਤਿਮ ਰਾਜਾ ਸੀਗੇ ਜੀ ਪੰਜਾਬ ਦੇ ਆਪਣੇ, ਠੀਕ ਹੈ ਜੀ, ਜੋ ਕਿ ਸਿਰਫ 5 ਸਾਲ ਦੀ ਉਮਰ ਦੇ ਵਿੱਚ ਹੀ ਗੱਦੀ ਦੇ ਉੱਤੇ ਬੈਠੇ ਸੀਗੇ। ਇਹ ਬਹੁਤ ਹੀ ਛੋਟੇ ਸੀਗੇ ਜੀ, ਠੀਕ ਹੈ ਜੀ। ਤਾਂ ਉਸ ਤੋਂ ਬਾਅਦ ਜੀ ਕੀ ਹੋਇਆ, ਇਹਨਾਂ ਦੇ ਟਾਈਮ ਦੇ ਵਿੱਚ ਹੀ ਜੀ 2 ਲੜਾਈਆਂ ਹੋਈਆਂ ਨੇ, ਐਂਗਲੋ ਸਿੱਖ ਵਾਰ। ਦੋ ਹੋਈਆਂ ਸੀਗੀਆਂ ਇਹ ਜੀ, ਠੀਕ ਹੈ। ਇੱਕ ਨੂੰ ਪਹਿਲੀ ਕਹਿੰਦੇ, ਇੱਕ ਨੂੰ ਦੂਜੀ ਕਹਿੰਦੇ, ਠੀਕ ਹੈ ਜੀ। ਜਦੋਂ ਖਤਮ ਹੋਈਆਂ ਜੀ ਤਾਂ ਉਸ ਤੋਂ ਬਾਅਦ ਜੀ ਜੋ ਦਲੀਪ ਸਿੰਘ ਸੀਗਾ ਇਹਨਾਂ ਨੂੰ ਗੱਦੀ ਤੋਂ ਹਟਾ ਦਿੱਤਾ ਗਿਆ ਤੇ ਪੰਜਾਬ ਨੂੰ ਅੰਗਰੇਜ਼ਾਂ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਸੀਗਾ, ਠੀਕ ਹੈ ਜੀ। ਤਾਂ ਵੈਸੇ ਇਹਨਾਂ ਦੇ ਇਕੱਲੇ ਆਪਾਂ ਨਾਮ ਹੀ ਯਾਦ ਰੱਖਣੇ ਜੀ। ਅੰਤਿਮ ਰਾਜਾ ਕਿਹੜਾ ਸੀਗਾ ਜੀ, ਖੜਕ ਸਿੰਘ ਨੂੰ ਲਾ ਕੇ ਕੌਣ ਬੈਠਾ ਜੀ, ਇੰਨੀ ਕੀ ਗੱਲ ਸੀਗੀ ਜੀ, ਕੋਈ ਆਪਾਂ ਜ਼ਿਆਦਾ ਨਹੀਂ ਲਿਖਣਾ ਸੀਗਾ ਜੀ, ਠੀਕ ਹੈ। ਹੁਣ ਆਪਾਂ ਅਗਲਾ ਪੜਾਂਗੇ ਜੀ ਐਂਗਲੋ ਸਿੱਖ ਵਾਰ, ਪਹਿਲੀ ਵਾਰੀ ਵੀ ਕਿੰਨੀਆਂ ਲੜਾਈਆਂ ਹੋਈਆਂ ਨੇ ਇਹਦੇ ਵਿੱਚ ਜੀ, ਕੌਣ ਕੌਣ ਬੰਦੇ ਸੀ ਜੀ, ਕੌਣ ਕੌਣ ਲੜੇ ਸੀਗੇ, ਠੀਕ ਹੈ ਜੀ। ਤੁਸੀਂ ਇਹਨੂੰ ਲਿਖਣਾ ਤਾਂ ਲਿਖ ਸਕਦੇ ਹੋ। ਆਪਾਂ ਜੋ ਵੀ ਮਹਾਰਾਜਾ ਰਣਜੀਤ ਸਿੰਘ ਦੇ ਜੀ ਬਾਰੇ ਸੀਗੇ ਉਹਨਾਂ ਬਾਰੇ ਆਪਾਂ ਪੜ੍ਹ ਚੁੱਕੇ ਹਾਂ ਜੀ। ਹੁਣ ਆਪਾਂ ਜੀ ਜੋ ਵੀ ਦਲੀਪ ਸਿੰਘ ਦੇ ਟਾਈਮ ਵਿੱਚ ਜੀ ਜੋ 2 ਲੜਾਈਆਂ ਹੋਈਆਂ ਸੀਗੀਆਂ ਜੀ ਐਂਗਲੋ ਵਾਰ ਸਿੱਖ ਜੀ, ਉਹਨਾਂ ਬਾਰੇ ਪੜਾਂਗੇ ਜੀ। ਜੇ ਪਹਿਲੇ ਦੀ ਗੱਲ ਕਰੀਏ ਜੀ ਐਂਗਲੋ ਸਿੱਖ ਵਾਰ ਪਹਿਲੀ ਜੀ, ਇਹ ਹੋਈ ਸੀਗੀ ਜੀ 1845 ਤੇ 1846 ਦੇ ਵਿੱਚ ਜੀ, ਠੀਕ ਹੈ। ਇਹਦੇ ਵਿੱਚ ਜੀ ਟੋਟਲ 5 ਲੜਾਈਆਂ ਹੋਈਆਂ ਨੇ ਜੀ, ਠੀਕ ਹੈ। 5 ਲੜਾਈਆਂ ਕਿਹੜੀਆਂ ਕਿਹੜੀਆਂ ਸੀਗੀਆਂ ਜੀ, ਪਹਿਲੀ ਜੋ ਲੜਾਈ ਸੀ ਜੀ ਉਹ ਸੀਗੀ ਜੀ ਮੁੱਦਕੀ ਦੀ ਲੜਾਈ, ਠੀਕ ਹੈ। ਆਪਾਂ ਲਿਖਾਂਗੇ ਜੀ ਉਰੇ ਤਾਂ ਲੜਾਈਆਂ ਦੇ ਨਾਮ ਲਿਖਾਂਗੇ ਜੀ, ਇੱਥੇ ਤੇ ਇੱਥੇ ਲਿਖਾਂਗੇ ਜੀ ਕਿਹਨਾਂ ਦੇ ਵਿਚਾਲੇ ਹੋਈ ਹੈਗੇ ਜੀ, ਕਦੋਂ ਹੋਈ ਹੈਗੇ ਜੀ, ਤੇ ਇਹਨਾਂ ਦੇ ਵਿੱਚ ਜਿੱਤਿਆ ਕੌਣ ਸੀਗੇ, ਠੀਕ ਹੈ ਜੀ। ਆਈਏ ਆਪਾਂ ਕਾਲਮ ਬਣਾਉਣੇ ਜੀ।
ਆਪਾਂ ਇਦਾਂ ਕਰਾਂਗੇ, ਇੱਥੇ ਲਿਖ ਲਾਂਗੇ ਆਪਾਂ ਕਦੋਂ ਹੋਈ ਹੈ। ਮੁੱਦਕੀ ਦੀ ਲੜਾਈ ਕਦੋਂ ਹੋਈ ਹੈ ਜੀ? ਇਹ ਹੋਈ ਹੈ ਜੀ 18 ਦਸੰਬਰ 1845 ਨੂੰ ਜੀ। ਕਿਹਦੇ ਕਿਹਦੇ ਵਿਚਾਲੇ ਹੋਈ ਹੈ ਜੀ? ਇਹ ਹੋਈ ਹੈ ਜੀ, ਇਹ ਹੋਈ ਹੈ ਜੀ ਲਾਲ ਸਿੰਘ ਤੇ ਹੁੱਗੋ ਦੇ ਵਿਚਾਲੇ ਜੀ। ਉਹਨੂੰ ਸਰ ਲਾ ਲਓ ਜੀ, ਅੰਗਰੇਜ਼ ਸੀਗੇ, ਸਰ ਲਾਉਂਦੇ ਸੀ ਮੂਹਰੇ ਜੀ। ਠੀਕ ਹੈ, ਤਾਂ ਇਹ ਲੜਾਈਆਂ ਹੋਈਆਂ ਜੀ। ਇਹਦੇ ਵਿੱਚ ਜਿੱਤਿਆ ਕੌਣ ਸੀਗਾ ਜੀ? ਤਾਂ ਬ੍ਰਿਟਿਸ਼ ਜਿੱਤੇ ਸੀ ਇਹਦੇ ਵਿੱਚ ਜੀ। ਲਿਖਦੇ ਬੌਨ ਕਿਹਨੇ ਜਿੱਤੇ ਸੀਗੇ ਜੀ। ਠੀਕ ਹੈ, ਕਿਹਦੇ ਕਿਹਦੇ ਵਿਚਾਲੇ ਹੋਈ ਹੈ ਜੀ, ਤੇ ਇੱਥੇ ਲਿਖ ਦਾਂਗੇ ਆਪਾਂ ਜੀ ਕਦੋਂ ਹੋਈ ਹੈ ਜੀ, ਕਦੋਂ ਹੋਈ ਹੈ ਜੀ, ਤੇ ਜੀ ਆਪਣੀ ਲੜਾਈ ਦਾ ਨਾਮ ਹੈਗਾ ਜੀ। ਠੀਕ ਹੈ, ਪਹਿਲੀ ਲੜਾਈ ਸੀਗੀ ਜੀ ਮੁੱਦਕੀ ਦੀ ਲੜਾਈ, ਜੋ ਕਿ 18 ਦਸੰਬਰ 1845 ਨੂੰ ਹੋਈ ਹੈ ਜੀ। ਲਾਲ ਸਿੰਘ ਜੋ ਕਿ ਸਿੱਖਾਂ ਦੀ ਤਰਫੋਂ ਸੀਗੇ ਜੀ, ਤੇ ਅੰਗਰੇਜ਼ਾਂ ਦੀ ਤਰਫੋਂ ਸੀਗੇ ਜੀ ਹੱਗੋ। ਠੀਕ ਹੈ, ਤੇ ਇਹਨਾਂ ਵਿੱਚ ਜਿੱਤਿਆ ਸੀਗਾ ਬ੍ਰਿਟਿਸ਼। ਇਹਦੇ ਜਿੱਤ ਹੋਏ, ਲਾਲ ਸਿੰਘ ਜੀ ਨੂੰ ਹਰਾਤਾ ਸੀਗਾ ਜੀ। ਠੀਕ ਹੈ, ਦੂਸਰੀ ਲੜਾਈ ਹੋਈ ਹੈ ਜੀ ਫਿਰੋਜ਼ ਸ਼ਹਿਰ ਦੀ ਲੜਾਈ। ਇਹ ਹੋਈ ਹੈ ਜੀ 21 ਦਸੰਬਰ 1845 ਨੂੰ ਹੀ ਜੀ। ਠੀਕ ਹੈ, ਇਹਦੇ ਵਿੱਚ ਕੌਣ ਕੌਣ ਸੀ ਜੀ? ਇਹਦੇ ਵਿੱਚ ਇੱਕ ਤਾਂ ਲਾਲ ਸਿੰਘ ਸੀਗੇ ਜੀ। ਠੀਕ ਹੈ, ਤੇ ਇਹਨਾਂ ਦਾ ਸਾਥ ਦਿੱਤਾ ਸੀਗਾ ਜੀ ਲਾਲ ਸਿੰਘ ਦਾ ਤੇਜਾ ਸਿੰਘ ਨੇ ਜੀ। ਤੇ ਇਧਰਲੇ ਪਾਸੇ ਇਕੱਲਾ ਸੀਗਾ ਜੀ ਸਰ ਹੱਗੋ। ਇਹ ਜਿਹੜਾ ਯੁੱਧ ਹੋਇਆ ਜੀ ਫਿਰੋਜ਼ ਸ਼ਹਿਰ ਦੀ ਲੜਾਈ ਹੋਈ ਹੈ ਜੀ, ਇਹਦੇ ਵਿੱਚ ਵੀ ਬ੍ਰਿਟਿਸ਼ ਹੀ ਜਿੱਤ ਗਏ ਸੀ ਜੀ। ਠੀਕ ਹੈ, ਦੋ ਲੜਾਈਆਂ ਹੋਈਆਂ ਜੀ, ਜਿਨ੍ਹਾਂ ਵਿੱਚ ਦੋਵੇਂ ਸਿੱਖ ਹਾਰ ਚੁੱਕੇ ਨੇ ਜੀ। ਇਹ ਤਾਂ ਸਿੱਖਾਂ ਦੀ ਤਰਫੋਂ ਸੀ, ਇਹ ਸੀਗੇ ਜੀ ਬ੍ਰਿਟਿਸ਼ ਦੀ ਤਰਫੋਂ ਜੀ। ਠੀਕ ਹੈ, ਜੋ ਬਰਤਾਨਵੀ ਸਰਕਾਰ ਸੀਗੀ ਜੀ ਉਹਨਾਂ ਦੀ ਤਰਫੋਂ ਸੀਗੀ। ਉਸ ਤੋਂ ਤੀਜੀ ਲੜਾਈ ਹੋਈ ਜੀ ਬੱਦੋਵਾਲ ਦੀ ਲੜਾਈ ਜੀ। ਜਿਹਦੀ ਸ਼ਹਿਰ ਪੁੱਛਣੀ ਤਾਂ ਬੱਦੋਵਾਲ ਦੇ ਵਿੱਚ ਹੀ ਹੋਈ ਸੀਗੀ ਜੀ, ਉਹ ਆਪਾਂ ਲਿਖਣ ਦੀ ਲੋੜ ਨਹੀਂ, ਇਹਨਾਂ ਦੇ ਨਾਮ ਤੇ ਪਤਾ ਲੱਗ ਜਾਂਦਾ। ਇਹ ਹੋਈ ਸੀਗੀ ਜੀ ਪੂਰਾ 1 ਮਹੀਨਾ ਬਾਅਦ 21 ਜਨਵਰੀ 1846 ਨੂੰ ਜੀ। ਠੀਕ ਹੈ, ਜੋ ਸਿੱਖਾਂ ਦੀ ਤਰਫੋਂ ਲੜੇ ਸੀ ਜੀ, ਉਹ ਲੜੇ ਸੀ ਆਪਣੀ ਰਣਜੋਧ ਸਿੰਘ ਮਜੀਠੀਆ ਜੀ। ਤੇ ਇਹਨਾਂ ਦੇ ਨਾਲ ਲੜੇ ਸੀਗੇ ਸਰ ਹੈਨਰੀ। ਠੀਕ ਹੈ, ਹੈਨਰੀ ਸੀਗੇ, ਇਹਨਾਂ ਦੇ ਨਾਲ ਲੜੇ ਸੀ, ਤੇ ਇਹਨਾਂ ਦੇ ਵਿੱਚ ਜਿੱਤ ਗਿਆ ਸੀਗਾ ਜੀ ਆਪਣਾ ਰਣਜੋਧ ਸਿੰਘ, ਯਾਨੀ ਕਿ ਆਪਣੇ ਸਿੱਖਾਂ ਦੀ ਹਾਰ ਹੋਈ ਸੀਗੀ। ਹੈਨਰੀ ਸਮਿਥ ਸੀਗੇ। ਉਸ ਤੋਂ ਜੀ ਚੌਥੀ ਲੜਾਈ ਹੋਈ ਜੀ ਆਪਣੀ, ਜਿਹਨੂੰ ਆਪਾਂ ਕਹਿੰਦੇ ਹਾਂ ਲੜਾਈ ਜੀ ਆਲੀਵਾਲ ਦੀ ਲੜਾਈ। ਠੀਕ ਹੈ, ਆਲੀਵਾਲ ਦੀ ਲੜਾਈ ਕਦੋਂ ਹੋਈ ਹੈ ਜੀ? ਇਹ ਹੋਈ ਸੀਗੀ ਜੀ 28 ਜਨਵਰੀ 1846 ਨੂੰ ਜੀ। ਇਹ ਕਿਹਦੇ ਵਿਚਾਲੇ ਹੋਈ ਜੀ? ਇੱਥੇ ਵੀ ਰਣਜੋਧ ਸਿੰਘ ਹੀ ਸੀ ਜੀ ਸਿੱਖਾਂ ਦੀ ਤਰਫੋਂ, ਰਣਜੋਧ ਸਿੰਘ ਮਜੀਠੀਆ ਜੀ। ਤੇ ਇਹ ਲੜੇ ਸੀਗੇ ਜੀ ਸੇਮ ਹੀ ਜੀ ਸਰ ਹੈਨਰੀ ਸਮਿਥ ਦੇ ਨਾਲ ਜੀ। ਇਹਦੇ ਵਿੱਚ ਜੀ ਇਹਦੇ ਵਿੱਚ ਵੀ ਬ੍ਰਿਟਿਸ਼ ਜਿੱਤ ਗਏ ਸੀ ਜੀ। ਠੀਕ ਹੈ, 4 ਲੜਾਈਆਂ ਹੋ ਚੁੱਕੀਆਂ। ਜੋ 5ਵੀਂ ਲੜਾਈ ਸੀ ਜੀ, ਇਹਨੂੰ ਆਪਾਂ ਜਾਣਦੇ ਸਭਰਾਉਂ ਦੀ ਨਾਮ। ਸਭਰਾਉਂ ਦੀ ਲੜਾਈ ਇਹ ਹੋਈ ਸੀਗੀ ਜੀ 10 ਫਰਵਰੀ 1846 ਨੂੰ।
ਇਹਦੇ ਵਿੱਚ ਕੌਣ ਕਿਹਨਾਂ ਨੇ ਸਿੱਖਾਂ ਦਾ ਨੇਤਰਤਵ ਕੀਤਾ ਸੀਗਾ ਤਾਂ ਉਹ ਸੀਗੇ ਜੀ ਲਾਲ ਸਿੰਘ, ਦੂਸਰੇ ਸੀਗੇ ਜੀ ਤੇਜ ਸਿੰਘ, ਤੇ ਇੱਕ ਅਗਵਾਈ ਕੀਤੀ ਸੀਗੀ ਜੀ ਇੱਧਰੋਂ ਸ਼ਾਮ ਸਿੰਘ ਅਟਾਰੀ ਵਾਲਾ ਸੀਗਾ ਜੀ। ਆ ਤਿੰਨੇ ਬੰਦੇ ਸੀ ਜੀ ਜਿਨ੍ਹਾਂ ਨੇ ਸਵਰਾਉਂ ਦੀ ਲੜਾਈ ਦੀ ਅਗਵਾਈ ਕੀਤੀ ਸੀਗੀ, ਠੀਕ ਹੈ। ਤੇ ਇਹਨਾਂ ਦੇ ਖਿਲਾਫ ਜੋ ਲੜੇ ਜੀ ਉਹ ਸੀਗੇ ਸਰ ਹਾਗੋ, ਤੇ ਇਹਨਾਂ ਦੇ ਨਾਲ ਸੀਗੇ ਜੀ ਸਰ ਹੈਨਰੀ ਹਾਰਡਿੰਗ ਜੀ। ਤੇ ਇਹਦੇ ਵਿੱਚ ਵੀ ਬ੍ਰਿਟਿਸ਼ ਹੀ ਜਿੱਤੀ ਸੀ। ਆ 5 ਲੜਾਈਆਂ ਨੇ ਜੀ, ਇਹ ਤੁਹਾਨੂੰ ਯਾਦ ਰੱਖਣੇ ਆ। ਕਿੱਥੇ ਹੋਈਆਂ ਜੀ, ਜਗ੍ਹਾ ਦਾ ਨਾਮ, ਕਿਹਨਾਂ ਦੇ ਵਿਚਾਲੇ ਹੋਈਆਂ ਤੇ ਇਹਨਾਂ ਵਿੱਚ ਜਿੱਤਿਆ ਕੌਣ ਸੀਗਾ ਜੀ, ਠੀਕ ਹੈ। ਡੇਟ ਨਹੀਂ ਪੁੱਛਦਾ ਮੋਸਟਲੀ, ਪਰ ਆਪਾਂ ਲਿਖ ਲਈਏ, ਠੀਕ ਹੈ। ਜਦੋਂ ਜੀ 5ਵੀਂ ਲੜਾਈ ਹੋਈ, ਸਵਰਾਉਂ ਦੀ ਲੜਾਈ ਹੋਈ ਤੇ ਬ੍ਰਿਟਿਸ਼ ਗਏ ਜਿੱਤੇ ਜੀ। ਤਾਂ ਇਹਨਾਂ ਨੇ ਕੀ ਕੀਤਾ ਜੀ, ਇਹਨਾਂ ਨੇ ਜੋ ਉਸ ਟਾਈਮ ਉੱਤੇ ਰਾਜਾ ਸੀਗੇ ਆਪਣੇ ਰਾਜਾ ਦਲੀਪ ਸਿੰਘ ਜੀ, ਠੀਕ ਹੈ, ਉਹਨਾਂ ਨਾਲ ਜੀ ਸੰਧੀ ਕੀਤੀ ਜੀ। ਸੰਧੀ ਕਿਹੜੀ ਕੀਤੀ ਜੀ, ਲਾਹੌਰ ਦੀ ਸੰਧੀ ਜੀ। ਕਦੋਂ ਕੀਤੀ ਹੈ ਜੀ, 10 ਮਾਰਚ ਸੌਰੀ 9 ਮਾਰਚ 1846 ਨੂੰ ਜੀ। ਕਿਹਨਾਂ ਦੇ ਵਿਚਕਾਰ ਹੋਇਆ ਜੀ, ਇਹ ਹੋਈ ਹੈ ਜੀ ਦਲੀਪ ਸਿੰਘ ਤੇ ਬ੍ਰਿਟਿਸ਼ ਦੇ ਵਿਚਾਲੇ, ਠੀਕ ਹੈ ਜੀ। ਲਾਹੌਰ ਦੀ ਸੰਧੀ ਦੇ ਵਿੱਚ ਕੀ ਸੀਗਾ ਜੀ ਕਿ ਜੋ ਸਤਲੁਜ ਤੇ ਬਿਆਸ ਦਾ ਏਰੀਆ ਸੀਗਾ ਜੀ, ਉਹ ਬਰਤਾਨਵੀ ਸਰਕਾਰ ਨੇ ਆਪਦੇ ਹੱਕ ਵਿੱਚ ਕਰ ਲਿਆ ਸੀਗਾ ਜੀ। ਤੇ ਦਲੀਪ ਸਿੰਘ ਜੀ ਦੇ ਸਿਰ ਜੀ 1.5 ਲੱਖ ਦਾ ਮੁਆਵਜ਼ਾ ਪਾਇਆ, ਜੋ ਕਿ ਅੰਗਰੇਜ਼ਾਂ ਦਾ ਨੁਕਸਾਨ ਹੋਇਆ ਸੀਗਾ ਜੀ, ਠੀਕ ਹੈ ਜੀ। ਤਾਂ ਇਹਦੇ ਵਿੱਚ ਆਪਾਂ ਨੂੰ ਘੱਟ ਹੀ ਪਿਆ ਸੀਗਾ ਜੀ। ਇੱਕ ਜੀ ਹੋਰ ਯਾਦ ਰੱਖੋ, ਇਹ ਸੰਧੀ ਜਿਹੜੀ ਕੀਤੀ ਸੀਗੀ ਉਹਦਾ ਨਾਮ ਸੀਗਾ ਜੀ ਭੈਰੋਵਾਲ ਦੀ ਸੰਧੀ ਜੀ, ਠੀਕ ਹੈ। ਇਹ ਹੋਈ ਸੀਗੀ ਜੀ 16 ਦਸੰਬਰ 1846 ਨੂੰ। ਇਹਦੇ ਵਿੱਚ ਕੀ ਕਿਹਾ ਗਿਆ ਸੀਗਾ ਜੀ ਅੰਗਰੇਜ਼ਾਂ ਨੇ, ਅੰਗਰੇਜ਼ ਕਹਿੰਦੇ ਵੀ ਸਾਡੀ ਇੱਕ ਟੁਕੜੀ ਤੁਹਾਡੇ ਏਰੀਏ ਵਿੱਚ ਰਹੇਗੀ, ਜਾਣੀ ਕਿ ਦਲੀਪ ਸਿੰਘ ਜੀ ਦੇ ਜਿੱਥੇ ਬਹਿੰਦੇ ਸੀਗੇ ਜੀ ਉੱਥੇ ਬੈਠੇਗੀ ਜਦੋਂ ਤੱਕ ਕਿ ਰਾਜਾ ਦਲੀਪ ਸਿੰਘ ਬਾਲਗ ਨਹੀਂ ਹੋ ਜਾਂਦੇ ਜੀ, ਠੀਕ ਹੈ ਜੀ। ਭੈਰੋਵਾਲ ਦੀ ਸੰਧੀ ਤੁਸੀਂ ਯਾਦ ਰੱਖਣੀ ਹੈਗੀ। ਤਾਂ ਇਹ ਜੀ ਐਂਗਲੋ ਸਿੱਖ ਵਾਰ ਪਹਿਲੀ ਸੀਗੀ ਜੀ, ਜਿਹਦੇ ਵਿੱਚ ਕਿ 5 ਲੜਾਈਆਂ ਹੋਈਆਂ ਨੇ ਜੀ। ਜਿਹੜਾ ਦਾ ਸਿੱਟਾ ਕੀ ਨਿਕਲਿਆ ਸੀਗਾ ਜੀ, ਲਾਹੌਰ ਦੀ ਸੰਧੀ ਹੋਈ ਜੀ, ਠੀਕ ਹੈ ਜੀ, ਜਿਹਦੇ ਤਹਿਤ ਕਿ ਰਾਜਾ ਦਲੀਪ ਸਿੰਘ ਨੇ ਜੀ ਬਿਆਸ ਤੋਂ ਸਤਲੁਜ ਦਾ ਏਰੀਆ ਆਪਦਾ ਖਵਾ ਦਿੱਤਾ ਸੀਗਾ ਜੀ, ਤੇ ਨਾਲ ਹੀ ਜੀ 1.5 ਲੱਖ ਦਾ ਮੁਆਵਜ਼ਾ ਦਿੱਤਾ ਸੀਗਾ ਬਰਤਾਨਵੀ ਸਰਕਾਰ ਨੂੰ ਜੀ। ਇੱਕ ਭੈਰੋਵਾਲ ਦੀ ਸੰਧੀ ਵੀ ਹੋਈ ਸੀਗੀ ਜੀ, ਜਿਹਦਾ ਕਿ ਮਤਲਬ ਸੀ ਕਿ ਅੰਗਰੇਜ਼ ਤੁਹਾਡੇ ਰਾਜ ਦੇ ਵਿੱਚ ਜਾ ਕੇ ਰਹਿਣਗੇ, ਠੀਕ ਹੈ, ਜਦੋਂ ਤੱਕ ਕਿ ਦਲੀਪ ਸਿੰਘ ਬਾਲਗ ਨਹੀਂ ਹੋ ਜਾਂਦੇ। ਤੇ ਲਾਹੌਰ ਦਾ ਇਹਨਾਂ ਨੂੰ ਰਾਜੇ ਦੀ ਮਾਨਤਾ ਹਾਲੇ ਤੱਕ ਦੇ ਹੀ ਰੱਖੀ ਸੀਗੀ ਜੀ, ਕਹਿੰਦੇ ਵੀ ਇਹ ਹਾਲੇ ਤੱਕ ਰਾਜਾ ਹੈਗੀ, ਠੀਕ ਹੈ। ਤਾਂ ਪਹਿਲੀ ਸੀਗੀ ਜੀ ਜੰਗ, ਜੋ ਐਂਗਲੋ ਸਿੱਖ ਵਾਰ ਹੈਗੀ ਜੀ। ਹੁਣ ਆਪਾਂ ਜੀ ਦੂਜੀ ਪੜ੍ਹਦੇ ਹਾਂ, ਤੁਸੀਂ ਇਹਨਾਂ ਨੂੰ ਲਿਖ ਲਓ ਜੀ। ਜੋ ਵੀ ਇਹਨਾਂ ਦੇ ਸਿੱਖ ਪ੍ਰਤੀਨਿਧੀ ਹੋਏ ਜੀ ਬ੍ਰਿਟਿਸ਼ ਹੋਏ ਨੇ ਜੀ, ਤਾਂ ਇਹਨਾਂ ਵਿੱਚ ਆਪਾਂ ਨੂੰ ਕੁਐਸਚਨ ਪੁੱਛੇ ਜਾਂਦੇ ਜੀ, ਠੀਕ ਹੈ। ਤਾਂ ਤੁਸੀਂ ਇਹ ਲਿਖ ਲਓ ਜੀ। ਤੁਸੀਂ ਇਹ ਲਿਖ ਲਿਆ ਹੋਏਗਾ ਜੀ ਐਂਗਲੋ ਸਿੱਖ ਵਾਰ 1। ਹੁਣ ਆਪਾਂ ਜੀ ਦੂਜੀ ਕਰਦੇ ਹਾਂ ਜੀ, ਆਪਾਂ ਇੱਥੇ ਹੀ ਲਿਖ ਦਿੰਦੇ ਜੀ ਐਂਗਲੋ ਸਿੱਖ ਵਾਰ 2। ਇਹ ਚੱਲੀਆਂ ਸੀ 1848 ਤੇ 49 ਚ ਜੀ, ਠੀਕ ਹੈ। ਤੇ ਇਹਦੇ ਵਿੱਚ ਜੀ ਜੇ ਮੈਂ ਤੁਹਾਨੂੰ ਦੱਸਾਂ, ਚਾਰ ਲੜਾਈਆਂ ਹੋਈਆਂ ਸੀ ਜੀ ਐਂਗਲੋ ਸਿੱਖ ਵਾਰ 2 ਦੇ ਵਿੱਚ ਜੀ,
ਜੋ ਕਿ 48 ਤੇ 49 ਦੇ ਵਿੱਚ ਲੜੀਆਂ ਗਈਆਂ ਸੀਗੀਆਂ। ਠੀਕ ਹੈ ਜੀ। ਇਹਦੀ ਵੀ ਆਪਾਂ ਏਦਾਂ ਹੀ ਸਾਰਣੀ ਬਣਾਵਾਂਗੇ ਜੀ। ਸਭ ਤੋਂ ਪਹਿਲੀ ਜੋ ਲੜਾਈ ਹੋਈ ਹੈ ਜੀ ਐਂਗਲੋ ਸਿੱਖ ਵੋਰ ਦੀ ਜੀ, ਉਹਦਾ ਨਾਮ ਹੈ ਜੀ ਰਾਮਨਗਰ ਦੀ ਲੜਾਈ। ਠੀਕ ਹੈ। ਇਹ ਕਦੋਂ ਹੋਈ ਹੈ ਜੀ? ਇਹ ਹੋਈ ਹੈ ਜੀ 22 ਨਵੰਬਰ 1848 ਦੇ ਵਿੱਚ ਹੈ ਜੀ। ਜੇ ਸਿੱਖ ਪਾਸੋਂ ਜੀ ਪ੍ਰਤੀਨਿਧਿਤਵ ਕਿਹਨੇ ਕੀਤਾ ਸੀਗਾ ਜੀ, ਤਾਂ ਆਪਾਂ ਲਿਖਾਂਗੇ ਜੀ ਸ਼ੇਰ ਸਿੰਘ ਅਟਾਰੀ ਵਾਲਾ ਜੀ ਸੀ ਜੀ। ਇੱਕ ਅਟਾਰੀ ਵਾਲਾ ਉਹਨਾਂ ਵਿੱਚ ਸੀਗੇ ਸ਼ਾਮ ਸਿੰਘ ਅਟਾਰੀ ਵਾਲਾ ਜੀ। ਠੀਕ ਹੈ ਜੀ। ਉਹਨਾਂ ਦੀ ਜੋ ਪੰਜਵੀਂ ਲੜਾਈ ਸੀਗੀ ਜੀ ਸਵਰਾਉਂ ਦੀ ਲੜਾਈ ਦੇ ਵਿੱਚ ਲੜੇ ਸੀਗੇ ਜੀ ਲਾਲ ਸਿੰਘ ਤੇ ਤੇਜ ਸਿੰਘ ਦੇ ਨਾਲ ਜੀ, ਜਿਨ੍ਹਾਂ ਦੀ ਕਿ ਡੈਥ ਹੋ ਗਈ ਸੀ ਜੀ। ਇਹਨਾਂ ਦਾ ਨਾਮ ਸੀਗਾ ਸ਼ੇਰ ਸਿੰਘ ਅਟਾਰੀ ਵਾਲਾ। ਇਹਨਾਂ ਦੇ ਨਾਲ ਕੌਣ ਸੀਗਾ ਜੀ ਲੜਿਆ ਸੀਗਾ? ਇਹਨਾਂ ਦੇ ਨਾਲ ਲੜਿਆ ਸੀਗਾ ਜੀ ਉਹੀ ਜੀ ਪਹਿਲਾਂ ਵਾਲਾ ਬੰਦਾ ਅੱਗੋਂ। ਠੀਕ ਹੈ। ਇਹ ਜਦੋਂ ਲੜਾਈ ਹੋਈ ਹੈ ਜੀ ਤਾਂ ਇਹਦੇ ਵਿੱਚ ਜੀ ਪਹਿਲੀ ਜਿੱਤ ਹੋਈ ਹੈ ਸਿੱਖਾਂ ਦੀ ਜੀ। ਤਾਂ ਪਹਿਲੀ ਲੜਾਈ ਦੇ ਵਿੱਚ ਹੀ ਸਿੱਖ ਜਿੱਤ ਗਏ ਸੀ ਜੀ ਇਹਦੇ। ਠੀਕ ਹੈ। ਉਸ ਤੋਂ ਬਾਅਦ ਜੀ ਦੂਜੀ ਲੜਾਈ ਹੋਈ ਹੈ, ਉਹਦਾ ਨਾਮ ਹੈ ਜੀ ਚਿੱਲਿਆਂ ਵਾਲੀ ਦੀ ਲੜਾਈ। ਠੀਕ ਹੈ। ਇਹ ਹੋਈ ਆਪਣੀ 13 ਜਨਵਰੀ 1849 ਦੇ ਵਿੱਚ ਜੀ। ਤੇ ਇਹਦੇ ਵਿੱਚ ਕੀ ਸੀਗਾ ਜੀ? ਇਹਦੇ ਵਿੱਚ ਵੀ ਜੀ ਸ਼ੇਰ ਸਿੰਘ ਅਟਾਰੀ ਵਾਲਾ ਜੀ ਸੀ ਜੀ, ਤੇ ਇਹਨਾਂ ਨਾਲ ਲੜਿਆ ਵੀ ਸੇਮ ਹੀ ਬੰਦਾ ਸੀਗਾ ਜੀ। ਇਹ ਦੂਰੀ ਵਾਰ ਜਦੋਂ ਫੇਰ ਲੜਿਆ ਜੀ ਤਾਂ ਸ਼ੇਰ ਸਿੰਘ ਅਟਾਰੀ ਵਾਲਾ ਨੇ ਇਹਨਾਂ ਨੂੰ ਦੂਰੀ ਵਾਰ ਫੇਰ ਹਰਾਤਾ ਸੀਗਾ ਜੀ। ਤਾਂ ਦੂਜੀ ਵੀ ਜਿੱਤ ਜੀ ਸਿੱਖਾਂ ਦੀ ਹੋਈ ਸੀਗੀ। ਠੀਕ ਹੈ ਜੀ। ਸਿੱਖ ਇਹਦੇ ਵਿੱਚ ਜਿੱਤੇ ਸੀ ਜੀ। ਉਸ ਤੋਂ ਬਾਅਦ ਹੋਈ ਜੀ ਤੀਜੀ ਲੜਾਈ। ਤੀਜੀ ਲੜਾਈ ਦਾ ਨਾਮ ਹੈਗਾ ਜੀ ਮੁਲਤਾਨ ਦੀ ਲੜਾਈ। ਠੀਕ ਹੈ ਜੀ। ਇਹ ਜੋ ਹੋਈ ਆਪਣੀ ਇਹ ਹੋਈ ਸੀਗੀ ਜੀ 22 ਜਨਵਰੀ 1849 ਵਿੱਚ ਜੀ। ਹੁਣ ਇਹਦੇ ਵਿੱਚ ਜੀ ਸਿੱਖਾਂ ਦੀ ਤਰਫੋਂ ਕੌਣ ਸੀਗੇ ਜੀ? ਤਾਂ ਸਿੱਖਾਂ ਦੀ ਤਰਫੋਂ ਸੀਗੇ ਜੀ ਮੂਲ ਰਾਜ, ਤੇ ਇਹਨਾਂ ਦੇ ਨਾਲ ਲੜਾਈ ਕੀਤੀ ਸੀਗੀ ਜੀ ਜਨਰਲ ਬਿਸ਼ ਨੇ ਜੀ। ਇਹਨਾਂ ਦੀ ਲੜਾਈ ਹੋਈ ਹੈ ਜੀ ਜਦੋਂ, ਤਾਂ ਮੂਲ ਰਾਜ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਜੀ, ਤੇ ਜੋ ਬ੍ਰਿਟਿਸ਼ ਸੀਗੇ ਜੀ ਉਹ ਇਹਦੇ ਵਿੱਚ ਜਿੱਤ ਪਾ ਗਏ ਸੀ ਜੀ। ਠੀਕ ਹੈ ਜੀ। ਉਸ ਤੋਂ ਬਾਅਦ ਜੀ ਚੌਥੀ ਲੜਾਈ ਹੋਈ ਜੋ ਕਿ ਐਂਗਲੋ ਸਿੱਖ ਵੋਰ ਦੀ ਜੀ ਲਾਸਟ ਵੋਰ ਸੀਗੀ। ਤਾਂ ਇਹ ਹੋਈ ਹੈ ਜੀ ਗੁਜਰਾਤ ਦੀ ਲੜਾਈ। ਇਹਨੂੰ ਆਪਾਂ ਜੀ ਤੋਪਾਂ ਦੀ ਲੜਾਈ ਵੀ ਕਹਿੰਦੇ ਜੀ। ਇਸ ਨਾਮ ਨਾਲ ਵੀ ਜਾਣਦੇ ਜੀ, ਤੇ ਇੰਗਲਿਸ਼ ਵਿੱਚ ਆਖੀਏ ਤਾਂ ਇਹਨੂੰ ਆਪਾਂ ਜੀ ਕਹਿ ਦਿੰਦੇ ਜੀ ਵਾਰ ਆਫ ਗਨਜ਼। ਠੀਕ ਹੈ ਜੀ। ਵਾਰ ਆਫ ਗਨਜ਼ ਕਹਿ ਦਿੰਦੇ ਇਹਨੂੰ ਆਪਾਂ ਜੀ। ਤੇ ਇਹ ਲੜੀ ਗਈ ਸੀਗੀ ਜੀ 21 ਫਰਵਰੀ 1849 ਨੂੰ ਜੀ। ਹੁਣ ਇਹਦੇ ਵਿੱਚ ਕੀ ਸੀਗਾ ਜੀ? ਸ਼ੇਰ ਸਿੰਘ ਅਟਾਰੀ ਵਾਲਾ ਤਾਂ ਸੀਗੇ ਜੀ। ਠੀਕ ਹੈ। ਤੇ ਇਹਨਾਂ ਦੇ ਨਾਲ ਇੱਕ ਬੰਦਾ ਹੋਰ ਸੀਗਾ ਜੀ ਜਿਹਦਾ ਨਾਮ ਸੀਗਾ ਆਪਣੇ ਜੀ
ਛਤਰ ਸਿੰਘ ਜੀ। ਤੇ ਇਹ ਲੜਿਆ ਜੀ ਸਰ ਹੁਗੋ ਦੇ ਫੇਰ ਨਾਲ। ਹੁਗੋ ਆਹੀ ਬੰਦਾ ਸੀਗਾ ਜੀ ਦੁਆਰ ਤੇ। ਇਸ ਵਾਰੀ ਜੀ ਫਿਰ ਬ੍ਰਿਟਿਸ਼ ਜਿੱਤ ਗਏ ਸੀ ਜੀ ਤੇ ਇਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਜੀ। ਠੀਕ ਹੈ ਜੀ। ਤਾਂ ਇਹ ਐਂਗਲੋ ਸਿੱਖ ਵੋਰ ਦੀ ਤੁਹਾਨੂੰ ਪਹਿਲੀ ਜੋ ਲੜਾਈ ਹੋਈ ਸੀਗੀ ਉਹ ਵੀ ਲਿਖਾਤੀ ਨੇ ਜੀ। ਉਹਦੇ ਵਿੱਚ ਜੀ ਕੁੱਲ 5 ਲੜਾਈਆਂ ਹੋਈਆਂ ਸੀਗੀਆਂ ਜਿਹੜੀਆਂ ਕਿ ਜਿਨ੍ਹਾਂ ਦੇ ਨਾਮ ਸੀਗੇ ਜੀ। ਆਪਣੀ ਪਹਿਲੀ ਲੜਾਈ ਸੀਗੀ ਜੀ ਮੁਦਕੀ ਦੀ ਲੜਾਈ ਜੀ। ਦੂਸਰੇ ਨੰਬਰ ਉੱਤੇ ਜੋ ਲੜਾਈ ਲੜੀ ਗਈ ਸੀਗੀ ਜੀ ਐਂਗਲੋ ਸਿੱਖ ਵੋਰ ਪਹਿਲੀ ਦੇ ਵਿੱਚ ਜੀ। ਦੂਸਰੀ ਦਾ ਨਾਮ ਸੀਗਾ ਆਪਣੇ ਜੀ ਫਿਰੋਜ਼ ਸ਼ਹਿਰ ਦੀ ਲੜਾਈ ਜੀ। ਤੀਸਰੀ ਸੀਗੀ ਜੀ ਬੱਦੋਵਾਲ ਦੀ ਲੜਾਈ ਜਿਹੜੀ ਕਿ ਸਿੱਖਾਂ ਨੇ ਜਿੱਤੀ ਸੀਗੀ। ਬੱਦੋਵਾਲ ਦੀ ਲੜਾਈ ਦੇ ਉੱਤੇ ਜੀ ਹਮੇਸ਼ਾ ਕੁਐਸਚਨ ਹੁੰਦਾ ਜੀ ਕਿਉਂਕਿ ਸਿੱਖਾਂ ਨੇ ਜਿੱਤੀ ਸੀਗੀ ਜੀ। ਬਾਕੀ ਚਾਰ ਦੀਆਂ ਚਾਰੇ ਜੋ ਸੀਗੀਆਂ ਜੀ ਉਹ ਬ੍ਰਿਟਿਸ਼ਾਂ ਨੇ ਜਿੱਤੀਆਂ ਸੀਗੀਆਂ ਜੀ। ਠੀਕ ਹੈ ਜੀ। ਉਸ ਤੋਂ ਬਾਅਦ ਜੀ ਜੇ ਇਹਦੇ ਵਿੱਚ ਆਪਾਂ ਗੱਲ ਕਰੀਏ ਐਂਗਲੋ ਸਿੱਖ ਵੋਰ ਦੇ ਵਿੱਚ ਤਾਂ ਜੋ ਪਹਿਲੀ ਸੀਗੀ ਇਹ ਜੀ ਰਾਮਨਗਰ ਦੀ ਲੜਾਈ ਹੋਈ ਹੈ ਜੀ। ਕਿਹੜੀ ਜਗ੍ਹਾ ਤੇ ਹੋਈ ਹੈ? ਰਾਮਨਗਰ ਦੇ ਵਿੱਚ ਹੀ ਹੋਈ ਹੈ ਜੀ। ਚਿੱਲਿਆਂਵਾਲੀ ਦੀ ਲੜਾਈ ਵੀ ਚਿੱਲਿਆਂਵਾਲੀ 'ਚ ਹੀ ਹੋਈ ਹੈ ਜੀ। ਮੁਲਤਾਨ ਦੀ ਲੜਾਈ ਮੁਲਤਾਨ ਦੇ ਵਿੱਚ ਹੈ ਤੇ ਗੁਜਰਾਤ ਦੀ ਲੜਾਈ ਗੁਜਰਾਤ ਦੇ ਵਿੱਚ ਹੈ। ਠੀਕ ਹੈ ਜੀ। ਤਾਂ ਤੁਸੀਂ ਇਹਨਾਂ ਨੂੰ ਯਾਦ ਰੱਖਣਾ ਜੀ ਕਿਹੜੀ ਲੜਾਈ ਦੇ ਵਿੱਚ ਜੀ ਕੌਣ ਜਿੱਤਿਆ ਹੈਗਾ ਜੀ। ਠੀਕ ਹੈ ਇਹ ਤੁਸੀਂ ਯਾਦ ਰੱਖਣਾ। ਹੁਣ ਜੀ ਜਦੋਂ ਇਹ ਲਾਸਟ ਜੋ ਲੜਾਈ ਹੋਈ ਹੈ ਜੀ ਗੁਜਰਾਤ ਦੀ ਲੜਾਈ ਇਹ ਜਦੋਂ ਇਹ ਜਿੱਤ ਗਏ ਜੀ ਤਾਂ ਜਿੱਤਣ ਤੋਂ ਬਾਅਦ ਜੀ ਕੀ ਕੀਤਾ ਉਸ ਟਾਈਮ ਉੱਤੇ ਪਤਾ ਗਾ ਜੀ ਆਪਾਂ ਨੂੰ ਗਵਰਨਰ ਸੀਗਾ ਜੀ ਉਦੋਂ ਡਲਹੌਜੀ। ਤਾਂ ਡਲਹੌਜੀ ਨੇ ਰੀਤੀ ਚਲਾਈ ਹੋਈ ਸੀਗੀ ਜੀ। ਉਹ ਕੀ ਕਰਦਾ ਸੀਗਾ ਜੀ ਉਹ ਨਾ ਕੋਈ ਵੀ ਰਾਜਾ ਸੀਗਾ ਜੀ ਉਹਦਾ ਦਰਬਾਰ ਪਾਠ ਹਮੇਸ਼ਾ ਖੂਨ ਨਹੀਂ ਰਹਿੰਦਾ ਸੀਗਾ। ਤਾਂ ਇੱਧਰ ਵੀ ਕੀ ਹੋਇਆ ਜੀ ਗੁਜਰਾਤ ਦੀ ਲੜਾਈ ਜਦੋਂ ਹੀ ਹਾਰ ਗਏ ਜੀ ਤਾਂ ਡਲਹੌਜੀ ਇੱਧਰ ਆਏ ਜੀ। ਡਲਹੌਜੀ ਨੇ ਪੰਜਾਬ ਨੂੰ ਇੱਕ ਆਪਣੀ ਬਰਤਾਨਵੀ ਸਰਕਾਰ ਦਾ ਚੱਲੀ ਜਾਂਦਾ ਸੀ ਰਾਜ ਉਹਦੇ ਵਿੱਚ ਮਿਲਾ ਲਿਆ ਜੀ ਪੰਜਾਬ ਨੂੰ। ਨਹੀਂ ਤਾਂ ਜਦੋਂ ਆਪਾਂ ਪਿਛਲੀ ਜਦੋਂ ਲੜਾਈ ਹੋਈ ਸੀਗੀ ਜੀ ਐਂਗਲੋ ਸਿੱਖ ਵੋਰ ਪਹਿਲੀ ਹੋਈ ਸੀਗੀ ਉਦੋਂ ਜੀ ਸੰਧੀ ਕੀਤੀ ਸੀਗੀ ਲਾਹੌਰ ਦੀ ਸੰਧੀ ਜਿਹਦੇ ਵਿੱਚ ਕੀ ਲਿਖਿਆ ਸੀਗਾ ਵੀ ਜੋ ਦਲੀਪ ਸਿੰਘ ਹੋਏਗਾ ਜੀ ਉਹ ਰਾਜਾ ਬਣੇਗਾ। ਠੀਕ ਹੈ ਜੀ। ਤੇ ਜਦੋਂ ਤੱਕ ਬਾਲਗ ਨਹੀਂ ਹੁੰਦਾ ਹੈਗਾ ਅਸੀਂ ਇਹਦਾ ਧਿਆਨ ਰੱਖਾਂਗੇ ਜੀ। ਅੰਗਰੇਜ਼ਾਂ ਨੇ ਇਹ ਗੱਲ ਕਹੀ ਸੀਗੀ। ਪਰ ਕੀ ਹੋਇਆ ਜਦੋਂ ਗੁਜਰਾਤ ਦੀ ਲੜਾਈ ਹੋਈ ਹੈ ਜੀ ਤਾਂ ਇਹਨਾਂ ਨੇ ਸੰਧੀ ਕੁਛ ਨਹੀਂ ਦੇਖੀ ਜੀ। ਇਹਨਾਂ ਨੇ ਕੀ ਕੀਤਾ ਜੋ ਦਲੀਪ ਸਿੰਘ ਜੀ ਸੀਗੇ ਉਹਨਾਂ ਨੂੰ ਗੱਦੀ ਤੋਂ ਲਾਤਾ ਜੀ ਤੇ ਉਹਨਾਂ ਨੂੰ ਪੈਨਸ਼ਨ ਤੇ ਕਰਤਾ ਸੀਗਾ। ਠੀਕ ਹੈ ਜੀ। ਤੇ ਪੰਜਾਬ ਨੂੰ ਜੋ ਭਾਰਤ ਸੀਗਾ ਜੀ ਉਸ ਟਾਈਮ ਉੱਤੇ ਜੀ ਬ੍ਰਿਟਿਸ਼ ਭਾਰਤ ਸੀਗਾ ਜੀ ਉਹਦੇ ਵਿੱਚ ਮਿਲਾ ਲਿੱਤਾ ਗਿਆ ਸੀਗਾ ਜੀ। ਤੇ ਇਹਦਾ ਜੀ ਜੋ ਪਹਿਲਾ ਚੀਫ ਕਮਿਸ਼ਨਰ ਬਣਾਇਆ ਗਿਆ ਜੀ ਉਹਦਾ ਨਾਮ ਸੀਗਾ ਜੀ ਇਹ ਨਾਮ ਹੁੰਦਾ ਜੀ ਜੌਨ ਲਾਰੈਂਸ ਨੂੰ ਪੰਜਾਬ ਦਾ ਪਹਿਲਾ ਚੀਫ ਕਮਿਸ਼ਨਰ ਬਣਾਇਆ ਗਿਆ। ਇਹ ਗੱਲ ਤੁਸੀਂ ਯਾਦ ਰੱਖਣੀ ਹੈ ਜੀ। ਇਹਦੇ ਤੇ ਕੁਐਸਚਨ ਪੁੱਛਦਾ ਹੁੰਦਾ ਹਮੇਸ਼ਾ। ਤਾਂ 1849 ਤੋਂ ਬਾਅਦ ਵੀ ਜੋ ਪੰਜਾਬ ਸੀਗਾ ਜੀ ਉਹ ਬ੍ਰਿਟਿਸ਼ ਭਾਰਤ ਦੇ ਵਿੱਚ ਆ ਗਿਆ ਸੀਗਾ। ਇਸ ਤੋਂ ਬਾਅਦ ਉੱਠੀਆਂ ਸੀਗੀਆਂ ਸਮਾਜ ਸੁਧਾਰਕ ਲਹਿਰਾਂ ਜੀ ਜੋ ਕਿ ਆਪਾਂ ਕੱਲ ਨੂੰ ਪੜਾਂਗੇ ਜੀ। ਠੀਕ ਹੈ ਜੀ। ਕਿਉਂਕਿ ਕੀ ਹੋਇਆ ਸੀਗਾ ਜੀ ਬਰਤਾਨਵੀ ਸਰਕਾਰ ਨੇ ਕੀ ਕੀਤਾ ਸੀਗਾ ਜੀ ਇਹਨਾਂ ਨੇ ਦਲੀਪ ਸਿੰਘ ਜੀ ਦਾ ਵੀ ਧਰਮ ਬਦਲਵਾਤਾ ਸੀਗਾ ਜੀ। ਠੀਕ ਹੈ ਜੀ। ਤਾਂ ਇਹਨਾਂ ਦੇ ਖਿਲਾਫ ਜੀ ਕਈ ਲਹਿਰਾਂ ਉੱਠੀਆਂ ਨੇ ਜੀ। ਇੱਕ ਜੀ ਸਿੰਘ ਸਭਾ ਲਹਿਰ ਸੀਗੀ ਜੀ। ਠੀਕ ਹੈ। ਕਈ ਆਪਣੇ 4-5 ਲਹਿਰਾਂ ਦੇ ਨਾਮ ਹੋਰ ਇੱਕ ਜੀ ਬੱਬਰ ਅਕਾਲੀ ਲਹਿਰ ਸੀਗੀ ਜੀ। ਠੀਕ ਹੈ ਜੀ। ਇੱਕ ਸੀਗੀ ਜੀ ਰਾਮਧਾਰੀ ਇੱਕ ਦਾ ਨਾਮ ਸੀਗਾ ਰਾਧਾ ਸਵਾਮੀ। ਤਾਂ ਉਹ ਆਪਾਂ ਕੱਲ ਨੂੰ ਪੜਾਂਗੇ ਜੀ। ਠੀਕ ਹੈ ਜੀ। ਅੱਜ ਲਈ ਆਪਾਂ ਨੂੰ ਇੰਨਾ ਬਹੁਤ ਹੈ ਜੀ। ਤੁਸੀਂ ਇਹਨੂੰ ਲਿਖ ਲਿਓ ਜੀ ਸਾਰੇ ਦੇ ਸਾਰੇ ਨੂੰ ਤੇ ਯਾਦ ਰੱਖਣਾ ਜੀ। ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰੋ ਜੀ ਸ਼ੇਅਰ ਕਰੋ ਕਮੈਂਟ ਕਰਿਓ ਤੇ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਜੀ।